ਹੈਲੋ ਡੀਅਰ ਸਟੂਡੈਂਟਸ, ਅੱਜ ਆਪਾਂ ਕਹਾਣੀ ਦਾ ਦੂਜਾ ਪਾਠ ਪੇਮੀ ਦੇ ਨਿਆਣੇ ਕਹਾਣੀਕਾਰ ਸੰਤ ਸਿੰਘ ਸੇਖੋਂ ਦੇ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ ਜੀ, ਲੇਖਕ ਤੇ ਉਸ ਦੀ ਭੈਣ ਨੂੰ ਭੈਣ ਨੂੰ ਜਰਨੈਲੀ ਸੜਕ ਭੈ ਸਾਗਰ ਕਿਉਂ ਲੱਗਦਾ ਸੀ? ਕਹਾਣੀਕਾਰ 7 ਸਾਲਾਂ ਦਾ ਤੇ ਉਸ ਦੀ ਵੱਡੀ ਭੈਣ 11 ਸਾਲਾਂ ਦੀ ਸੀ। ਇਸ ਕਰਕੇ ਵੀ ਬੱਚਿਆਂ ਨੂੰ ਜਰਨੈਲੀ ਸੜਕ ਪਾਰ ਕਰਨਾ ਭੈ ਸਾਗਰ ਲੱਗਦਾ ਸੀ। ਇਸ ਦਾ ਇੱਕ ਕਾਰਨ ਸੀ ਕਿ ਇਹ ਵੀ ਸੀ ਕਿ ਉਹ ਸੜਕ ਉੱਤੇ ਜੰਗਲੀਆਂ ਪਠਾਨਾਂ ਤੇ ਰਾਸ਼ੀਆਂ ਤੇ ਹੋਰਾਂ ਪਰਦੇਸੀਆਂ ਦਾ ਲਾਂਘਾ ਹੁੰਦਾ ਸੀ ਅਤੇ ਉਹਨਾਂ ਨੂੰ ਰਾਸ਼ੀਆਂ ਤੋਂ ਘਰ ਬੈਠੇ ਹੀ ਡਰ ਲੱਗਦਾ ਸੀ। ਇਸ ਕਾਰਨ ਲੇਖਕ ਤੇ ਉਸ ਦੀ ਭੈਣ ਨੂੰ ਜਰਨੈਲੀ ਸੜਕ ਭੈ ਸਾਗਰ ਲੱਗਦੀ ਸੀ। ਦੂਜਾ ਪ੍ਰਸ਼ਨ, ਜੇਕਰ ਲੇਖਕ ਲਈ ਖੇਤ ਸਵਰਗ ਸੀ ਤਾਂ ਉਸ ਲਈ ਨਰਕ ਕਿਹੜੀ ਜਗ੍ਹਾ ਸੀ? ਲੇਖਕ ਨੂੰ ਖੇਤ ਤੋਂ ਬਿਨਾਂ ਹੋਰ ਕਿਤੇ ਵੀ ਸਵਰਗ ਨਜ਼ਰ ਨਹੀਂ ਆਉਂਦਾ ਸੀ, ਪਰ ਨਰਕ ਦੇ ਹਰ ਥਾਂ ਤੇ ਖੁੱਲ੍ਹੇ ਗੱਫੇ ਮਿਲਦੇ ਸਨ। ਉਸ ਨੂੰ ਆਪਣੇ ਅਣਜਾਣੇ ਰਾਹ ਤੇ ਹਰ ਮੋੜ ਤੇ ਨਰਕ ਘਾਤ ਲਾਈ ਖੜਾ ਦਿਸਦਾ। ਸਭ ਤੋਂ ਵੱਡਾ ਨਰਕ ਉਸ ਨੂੰ ਮਦਰੱਸਾ ਭਾਵ ਸਕੂਲ ਜਾਣਾ ਲੱਗਦਾ ਸੀ। ਉਹ ਕਦੇ ਸਕੂਲ ਨਾ ਜਾਂਦੇ ਤਾਂ ਉਹਨਾਂ ਨੂੰ ਖੇਤ ਰੋਟੀ ਦੇਣ ਜਾਣ ਲਈ ਨਰਕ ਵਿੱਚੋਂ ਲੰਘਣਾ ਹੀ ਪੈਂਦਾ ਸੀ। ਇਸ ਤਰ੍ਹਾਂ ਲੇਖਕ ਸਪਸ਼ਟ ਕਰਦਾ ਹੈ ਕਿ ਖੇਤ ਤਾਂ ਉਹਨਾਂ ਨੂੰ ਸਵਰਗ ਸੀ, ਪਰ ਖੇਤ ਰੋਟੀ ਦੇਣ ਜਾਣਾ ਦੀ ਖੇਚਲ ਕਰਨਾ ਨਰਕ ਦੇ ਬਰਾਬਰ ਸੀ। ਜਰਨੈਲੀ ਸੜਕ ਲੰਘਣ ਦੇ ਡਰ ਤੋਂ ਦਬਾਉਣ ਲਈ ਉਹਨਾਂ ਨੇ ਕਿਹੜਾ ਤਰੀਕਾ ਵਰਤਿਆ? ਲੇਖਕ ਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਲਈ ਪਹਿਲਾਂ ਤਾਂ ਇੱਕ ਆਮ ਜਿਹਾ ਤਰੀਕਾ ਵਰਤਣਾ ਚਾਹਿਆ। ਭੈਣ ਭਰਾ ਨੂੰ ਇੱਕ ਰਾਜੇ ਦੀ ਕਹਾਣੀ ਸੁਣਾਉਣ ਲੱਗ ਪਈ, ਪਰ ਫਿਰ ਵੀ ਉਹ ਡਰਦੇ ਰਹੇ। ਉਹਨਾਂ ਨੇ ਪਿੱਛੇ ਆਉਂਦੇ ਇੱਕ ਆਦਮੀ ਨੂੰ ਦੇਖ ਕੇ ਸੁੱਖ ਦਾ ਸਾਹ ਲਿਆ। ਸੜਕ ਕੁਝ ਦੂਰੀ ਤੇ ਸੀ ਤਾਂ ਉਹਨਾਂ ਦੀ ਕਹਾਣੀ ਵੀ ਠਠੰਬਰ ਗਈ, ਭਾਵ ਡਰ ਕੇ ਖਲੋ ਗਈ। ਤਾਂ ਉਹ ਡਰ ਗਏ ਤੇ ਫਿਰ ਉਹ ਸੜਕ ਤੇ ਪਏ ਪਠਾਨ ਨੂੰ ਦੇਖ ਕੇ ਵੀ ਘਬਰਾ ਗਏ ਤੇ ਫਿਰ ਜਦੋਂ ਉਹਨਾਂ ਨੇ ਸੜਕ ਤੇ ਕਾਲੇ ਸੂਫ ਵਾਸਕਟ ਦੇ ਪਠਾਨ ਵਰਗੀ ਖੁੱਲ੍ਹੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਦੇਖਿਆ ਤਾਂ ਕਹਾਣੀਕਾਰ ਤੇ ਉਸ ਦੀ ਭੈਣ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ, ਕਿਉਂਕਿ ਉਹਨਾਂ ਨੇ ਆਪਣੀ ਮਾਂ ਤੋਂ ਸੁਣਿਆ ਸੀ ਕਿ ਵਾਹਿਗੁਰੂ ਦਾ ਨਾਂ ਲੈਣ ਨਾਲ ਡਰ ਦੂਰ ਹੋ ਜਾਂਦਾ ਹੈ। ਉਸ ਦੀ ਭੈਣ ਨੇ ਜਦ ਇਹ ਕਿਹਾ ਕਿ ਵਾਹਿਗੁਰੂ ਦਾ ਨਾਂ ਤੋਂ ਸਿਰਫ ਭੂਤ ਪ੍ਰੇਤ ਡਰਦੇ ਹਨ, ਆਦਮੀ ਨਹੀਂ, ਫਿਰ ਦੋਵੇਂ ਹੋਰ ਡਰਨ ਲੱਗੇ। ਲੇਖਕ ਦੀ ਮਾਂ ਡਰ ਹਟਾਉਣ ਲਈ ਉਹਨਾਂ ਨੂੰ ਮਾਮੇ ਦੀ ਕਿਹੜੀ ਗੱਲ ਸੁਣਾਉਂਦੀ ਸੀ? ਲੇਖਕ ਦੀ ਮਾਂ ਨੇ ਉਹਨਾਂ ਦਾ ਡਰ ਹਟਾਉਣ ਕਰਨ ਲਈ ਉਹਨਾਂ ਨੂੰ ਇਹ ਕਹਾਣੀ ਸੁਣਾਈ ਕਿ ਇੱਕ ਵਾਰ ਤੁਹਾਡੇ ਮਾਮਾ ਜੀ ਅਤੇ ਇੱਕ ਬ੍ਰਾਹਮਣ ਸਿਵਿਆਂ ਵਿੱਚੋਂ ਲੰਘ ਰਹੇ ਸਨ ਤੇ ਉਹਨਾਂ ਦੇ ਪੈਰਾਂ ਵਿੱਚ ਦਗਦੇ ਅੰਗਿਆਰ ਡਿੱਗਣ ਲੱਗ ਪਏ। ਤਾਂ ਬ੍ਰਾਹਮਣ ਨੇ ਤੁਹਾਡੇ ਮਾਮਾ ਜੀ ਤੋਂ ਪੁੱਛਿਆ, ਕੀ ਕਰੀਏ? ਤਾਂ ਤੁਹਾਡੇ ਮਾਮਾ ਜੀ ਨੇ ਕਿਹਾ, ਪੰਡਿਤ ਜੀ ਹੁਣ ਰੱਬ ਰੱਬ ਕਰੋ। ਤਾਂ ਤੁਹਾਡਾ ਮਾਮਾ ਜੀ ਵਾਹਿਗੁਰੂ ਵਾਹਿਗੁਰੂ ਤੇ ਪੰਡਿਤ ਜੀ ਰਾਮ ਰਾਮ ਕਰਨ ਲੱਗਾ ਤਾਂ ਅੰਗਿਆਰੇ ਉਹਨਾਂ ਤੋਂ ਦੂਰ ਡਿੱਗਣ ਲੱਗ ਪਏ। ਅੰਤ ਨੂੰ ਲੇਖਕ ਤੇ ਉਸ ਦੀ ਭੈਣ ਨੇ ਸੜਕ ਕਿਵੇਂ ਪਾਰ ਕੀਤੀ? ਜਦੋਂ ਲੇਖਕ ਅਤੇ ਉਸ ਦੀ ਭੈਣ ਨੂੰ ਸੜਕ ਪਾਰ ਕਰਨ ਵਿੱਚ ਕੋਈ ਸਾਥ ਨਾ ਮਿਲਿਆ ਤਾਂ ਲੇਖਕ ਦੀ ਭੈਣ ਨੇ ਲੇਖਕ ਦੇ ਅੱਥਰੂ ਪੂੰਝਦੇ ਹੋਏ ਕਿਹਾ ਕਿ ਉਹ ਰੋਵੇ ਨਾ ਤੇ ਉਹ ਇਹ ਕਹਿਣਗੇ ਕਿ ਉਹ ਪੇਮੀ ਦੇ ਨਿਆਣੇ ਹਨ।
ਉਹ ਰਾਸ਼ਾ ਉਹਨਾਂ ਨੂੰ ਨਾ ਫੜੇ। ਇਹ ਸੁਣ ਕੇ ਭਰਾ ਦੇ ਮਨ 'ਚ ਕੁਝ ਹੌਸਲਾ ਹੋਇਆ ਤੇ ਉਹ ਪੇਮੀ ਦਾ ਨਾਂ ਲੈ ਕੇ ਸੜਕ ਪਾਰ ਕਰ ਗਏ। ਛੇਵਾਂ ਪ੍ਰਸ਼ਨ ਹੈ ਜੀ, ਪੇਮੀ ਦੇ ਨਿਆਣੇ ਕਹਾਣੀ ਦਾ ਸਾਰ। ਪੇਮੀ ਦੇ ਨਿਆਣੇ ਕਹਾਣੀ ਜਿਹੜੀ ਹੈ ਉਸ ਦੇ ਕਹਾਣੀਕਾਰ ਹਨ ਸੰਤ ਸਿੰਘ ਸੇਖੋਂ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਸਾਰ ਅਸੀਂ ਹੇਠ ਲਿਖੇ ਬਿੰਦੂਆਂ ਰਾਹੀਂ ਸਪਸ਼ਟ ਕਰ ਸਕਦੇ ਹਾਂ। ਪਹਿਲਾ ਬਿੰਦੂ ਹੈ ਜੀ, ਜਰਨੈਲੀ ਸੜਕ। ਕਹਾਣੀਕਾਰ 7 ਸਾਲਾਂ ਦਾ ਤੇ ਉਸ ਦੀ ਭੈਣ 11 ਸਾਲਾਂ ਦੀ ਸੀ। ਉਹਨਾਂ ਦਾ ਖੇਤ ਘਰ ਤੋਂ ਮੀਲ ਕੁ ਦੂਰ ਸੀ ਅਤੇ ਅੱਧ ਕੁ ਵਿੱਚੋਂ ਇੱਕ ਜਰਨੈਲੀ ਸੜਕ ਲੰਘਣ ਕਰਕੇ ਉੱਥੋਂ ਜੰਗਲੀਆਂ ਰਾਸ਼ੀਆਂ ਤੇ ਪਰਦੇਸੀਆਂ ਦਾ ਆਉਣਾ ਜਾਣਾ ਰਹਿੰਦਾ ਸੀ। ਇਸ ਕਾਰਨ ਦੋਵੇਂ ਖੇਤ ਜਾਣ ਤੋਂ ਡਰਦੇ ਸਨ। ਸਿਆਣਿਆਂ ਤੋਂ ਨਰਕ ਸਵਰਗ ਦੀਆਂ ਗੱਲਾਂ ਸੁਣ ਕੇ ਅਜਿਹਾ ਡਰ ਉਹਨਾਂ ਦਾ ਸੁਭਾਅ ਦਾ ਅੰਗ ਬਣ ਗਿਆ ਸੀ। ਦੂਜਾ ਹੈ ਕਹਾਣੀ ਸੁਣਾਉਣਾ। ਰਾਸ਼ੀਆਂ ਦੇ ਡਰ ਕਾਰਨ ਕਹਾਣੀਕਾਰ ਤੇ ਉਸ ਦੀ ਭੈਣ ਕਿਸੇ ਦੇ ਸਾਥ ਤੋਂ ਬਿਨਾਂ ਖੇਤ ਜਾਣ ਤੋਂ ਡਰਦੇ ਸਨ, ਪਰ ਉਹਨਾਂ ਨੂੰ ਹਰ ਰੋਜ਼ ਬਾਪੂ ਲਈ ਰੋਟੀ ਲੈ ਕੇ ਜਾਣੀ ਪੈਂਦੀ ਸੀ। ਇੱਕ ਵਾਰ ਦੁਪਹਿਰ ਵੇਲੇ ਖੇਤ ਰੋਟੀ ਲੈ ਜਾਣ ਲੱਗੇ ਤਾਂ ਸੜਕ ਪਾਰ ਕਰਦਿਆਂ ਉਹਨਾਂ ਦੇ ਮਨ ਨੂੰ ਡਰ ਖਾ ਰਿਹਾ ਸੀ ਤਾਂ ਕਹਾਣੀਕਾਰ ਦੀ ਭੈਣ ਨੇ ਲੇਖਕ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਇੰਨੇ ਨੂੰ ਪਿੰਡੋਂ ਇੱਕ ਆਦਮੀ ਆਉਂਦਾ ਦਿਸਿਆ, ਪਰ ਉਹ ਹੋਰ ਪਾਸੇ ਚਲਾ ਗਿਆ। ਹੁਣ ਸੜਕ ਕੇਵਲ ਥੋੜ੍ਹੀ ਹੀ ਦੂਰ ਹੀ ਰਹਿ ਗਈ ਸੀ ਤੇ ਉਹਨਾਂ ਦੀ ਕਹਾਣੀ ਵੀ ਡਰ ਕੇ ਖਲੋ ਗਈ ਸੀ। ਥੋੜ੍ਹੀ ਦੂਰ ਭਾਵ 10-20 ਕਦਮ ਪੁੱਟ ਕੇ ਉਹਨਾਂ ਕਾਲੇ ਸੂਫ਼ ਦੀ ਵਾਸਟਕ ਤੇ ਪਠਾਣਾਂ ਵਾਲੀ ਸਲਵਾਰ ਪਾਈ ਇੱਕ ਆਦਮੀ ਲੰਮਾ ਪਿਆ ਦੇਖਿਆ ਤਾਂ ਉਹ ਦੋਵੇਂ ਡਰ ਕੇ ਇਹ ਰਾਸ਼ਾ ਉਹਨਾਂ ਨੂੰ ਫੜ ਲਏਗਾ। ਤੀਜਾ ਹੈ ਜੀ, ਵਾਹਿਗੁਰੂ ਦਾ ਨਾਮ ਲੈਣਾ। ਜਦ ਕਹਾਣੀਕਾਰ ਨੇ ਡਰ ਤੋਂ ਬਚਣ ਲਈ ਉਸ ਨੂੰ ਵਾਹਿਗੁਰੂ ਦਾ ਨਾਮ ਲੈਣ ਲਈ ਕਿਹਾ ਤਾਂ ਕਹਾਣੀਕਾਰ ਨੇ ਕਿਹਾ, ਵਾਹਿਗੁਰੂ ਤੋਂ ਭੂਤ ਪ੍ਰੇਤ ਡਰਦੇ ਹਨ, ਆਦਮੀ ਨਹੀਂ। ਲਾਸਟ ਹੈ ਜੀ, ਪੇਮੀ ਦੇ ਨਿਆਣੇ। ਦੋਹਾਂ ਨੇ 5-7 ਮਿੰਟ ਖਲੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਕੋਈ ਆਦਮੀ ਆਉਂਦਾ ਨਾ ਦਿਸਿਆ ਤਾਂ ਕਹਾਣੀਕਾਰ ਰੋਣ ਲੱਗ ਪਿਆ ਤੇ ਉਸ ਦੀ ਭੈਣ ਨੇ ਉਸਨੂੰ ਦੇ ਹੰਝੂ ਪੂੰਝ ਕੇ ਤੇ ਕੁਝ ਸੋਚਣ ਤੋਂ ਬਾਅਦ ਕਹਾਣੀਕਾਰ ਨੂੰ ਕਿਹਾ ਕਿ ਅਸੀਂ ਉਸ ਆਦਮੀ ਨੂੰ ਕਹਾਂਗੇ ਕਿ ਅਸੀਂ ਪੇਮੀ ਦੇ ਨਿਆਣੇ ਹਾਂ। ਇਹ ਸੀ ਆਪਣਾ ਪਾਠ, ਪੇਮੀ ਦੇ ਨਿਆਣੇ। ਆਪਣਾ ਪਾਠ ਨੰਬਰ 2 ਕਹਾਣੀ ਦਾ 2 ਪਾਠ ਪੂਰੇ ਹੋ ਗਏ ਹਨ। ਜਿਨ੍ਹਾਂ ਦਾ ਕੰਮ ਬਕਾਇਆ ਹੈ ਉਹ ਛੇਤੀ ਤੋਂ ਛੇਤੀ ਆਪਣਾ ਕੰਮ ਪੂਰਾ ਕਰਨ ਤੇ ਕੰਮ ਨੂੰ ਚੈੱਕ ਕਰਵਾਉਣ ਤੇ ਜਿਹੜੇ ਪਿੱਛੇ ਰਹਿ ਗਏ ਹਨ ਉਹ ਬਰਾਬਰ ਆਉਣ ਤੇ ਕੰਮ ਪੂਰਾ ਕਰਨ। ਧੰਨਵਾਦ।